ਮੇਰੇ ਹੋਣਹਾਰ ਮੇਰੀ ਆਵਾਜ਼ ਨੂੰ ਸੁਣ ਰਹੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਅਸੀਂ ਤੁਹਾਡੇ ਨਾਲ ਪੰਜਾਬੀ ਜਗਤ ਦੇ ਬਹੁਤ ਹੀ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਮੈਂ ਪਹਿਲਾਂ ਹੀ ਆਸ ਕਰਦਾ ਕਿ ਤੁਸੀਂ ਇਸ ਲੈਕਚਰ ਨੂੰ ਧਿਆਨ ਦੇ ਨਾਲ ਸੁਣੋਗੇ, ਸਮਝੋਗੇ ਅਤੇ ਇਸ ਲੈਕਚਰ ਦੇ ਅਖੀਰ 'ਤੇ ਜਿਹੜੇ ਪ੍ਰਸ਼ਨ ਤੁਹਾਨੂੰ ਪੁੱਛੇ ਜਾਣੇ ਨੇ ਉਹਨਾਂ ਦੇ ਜਵਾਬ ਤੁਸੀਂ ਆਪਣੀਆਂ ਕਾਪੀਆਂ 'ਤੇ ਲਿਖੋਗੇ ਵੀ, ਯਾਦ ਵੀ ਕਰੋਗੇ। ਚਾਹੇ ਇਹ ਅੱਜ ਇਹਨਾਂ ਛੁੱਟੀਆਂ ਦੇ ਦੌਰਾਨ ਬਹੁਤ ਵੱਡਾ ਸੰਕਟ ਚੱਲ ਰਿਹਾ ਹੈ, ਅਸੀਂ ਆਸ ਕਰਦੇ ਹਾਂ ਕਿ ਉਸ ਵੱਡੇ ਸੰਕਟ ਦੇ ਵਿੱਚ ਵੀ ਤੁਸੀਂ ਆਪਣਾ ਧਿਆਨ ਜਿਹੜਾ ਹੈ ਉਸ ਸਮਾਜ ਦੇ ਵਿਕਾਸ ਵਾਲੇ ਪਾਸੇ, ਸਮਾਜ ਨੂੰ ਬਿਹਤਰ ਬਣਾਉਣ ਵਾਲੇ ਪਾਸੇ, ਇੱਕ ਚੰਗੀ ਪੜ੍ਹਾਈ ਵਾਲੇ ਪਾਸੇ ਤੁਸੀਂ ਲਗਾਓਗੇ। ਸੋ ਆਓ ਜਾਣੀਏ ਸਭ ਤੋਂ ਪਹਿਲਾਂ ਕਿ ਪ੍ਰੋਫੈਸਰ ਮੋਹਨ ਸਿੰਘ ਦਾ ਸੰਖੇਪ ਜੀਵਨ ਕੀ ਸੀ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ ਅਸਲ 'ਚ 20 ਅਕਤੂਬਰ 1905 ਈਸਵੀ ਨੂੰ ਹੋਇਆ ਪਿੰਡ ਮਰਦਾਨ। ਇਹ ਸੂਬਾ ਸਰਹੱਦ ਹੈ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ। ਇਹਨਾਂ ਦੀ ਮਾਤਾ ਜੀ ਦਾ ਨਾਮ ਭਾਗਵੰਤੀ ਜੀ ਸੀ ਅਤੇ ਇਹਨਾਂ ਦੇ ਪਿਤਾ ਜੀ ਜਿਹੜੇ ਕਿ ਬਹੁਤ ਵਿਦਵਾਨ ਸਨ, ਡਾਕਟਰ ਜੋਧ ਸਿੰਘ ਜੀ, ਉਹਨਾਂ ਦੇ ਘਰ ਵਿੱਚ ਪ੍ਰੋਫੈਸਰ ਮੋਹਨ ਸਿੰਘ ਦਾ ਜਨਮ ਹੋਇਆ। 1922 ਈਸਵੀ ਵਿੱਚ ਉਹਨਾਂ ਨੇ 10ਵੀਂ ਜਮਾਤ ਪਾਸ ਕੀਤੀ ਅਤੇ 1923 ਈਸਵੀ ਵਿੱਚ ਮੁਨਸ਼ੀ ਫਾਜ਼ਲ ਪਾਸ ਕੀਤੀ ਅਤੇ ਇੱਕ ਸਕੂਲ ਅਧਿਆਪਕ ਵਜੋਂ ਉਰਦੂ ਫਾਰਸੀ ਦੇ ਅਧਿਆਪਨ ਦਾ ਕਾਰਜ ਇਹਨਾਂ ਨੇ ਆਰੰਭਿਆ। ਸੋ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਣੀ ਚਾਹੀਦੀ ਹੈ, ਮਾਣ ਵੀ ਹੋਣਾ ਚਾਹੀਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਇੱਕ ਨਾਮੀ ਸ਼ਾਇਰ ਹੀ ਨਹੀਂ ਸਨ, ਇੱਕ ਚੰਗੇ ਅਧਿਆਪਕ ਵੀ ਸਨ। 1933 ਈਸਵੀ ਵਿੱਚ ਉਹਨਾਂ ਓਰੀਐਂਟਲ ਕਾਲਜ ਲਾਹੌਰ ਤੋਂ MA ਫਾਰਸੀ ਦੀ ਪ੍ਰੀਖਿਆ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਰਹਿ ਕੇ ਪਾਸ ਕੀਤੀ। ਇਹ ਮੰਨ ਲਓ ਕਿ ਜਿਹੜੇ ਸਾਡੇ ਵਿਦਵਾਨ ਨੇ ਉਹ ਵਾਕਿਆ ਹੀ ਉਹਨਾਂ ਨੇ ਆਪਣੀ ਵਿਦਵਤਾ ਦਾ ਜਿਹੜਾ ਮੋਰਚਾ ਆਪਣੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਵੀ ਫਤਿਹ ਕੀਤਾ। ਤੁਸੀਂ ਵੀ ਇਸੇ ਤਰ੍ਹਾਂ ਹੀ ਉਹਨਾਂ ਤੋਂ ਪ੍ਰੇਰਨਾ ਲੈਣੀ ਹੈ। ਫਿਰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਫਾਰਸੀ ਦੇ ਲੈਕਚਰਰ ਵਜੋਂ ਸੇਵਾ ਕਰਨ ਲੱਗ ਪਏ ਅਤੇ ਇੱਥੇ ਹੀ ਉਹਨਾਂ ਦਾ ਮੇਲ ਪ੍ਰੋਫੈਸਰ ਤੇਜਾ ਸਿੰਘ ਅਤੇ ਪ੍ਰੋਫੈਸਰ ਸੰਤ ਸਿੰਘ ਸੇਖੋਂ, ਜਿਹੜੇ ਕਿ ਪੰਜਾਬੀ ਜਗਤ ਦੇ ਬਹੁਤ ਵੱਡੇ ਵਿਦਵਾਨ ਲੇਖਕ ਨੇ, ਉਹਨਾਂ ਨਾਲ ਹੋਇਆ। ਤੁਸੀਂ ਇਹ ਮੰਨੋਗੇ ਕਿ ਸੰਗਤ ਦਾ ਅਸਰ ਤੁਹਾਨੂੰ ਬਹੁਤ ਪ੍ਰਭਾਵਿਤ ਕਰਦਾ। ਚੰਗੀ ਸੰਗਤ ਕਿਤੇ ਦੀ ਕਿਤੇ ਲੈ ਜਾਂਦੀ ਹੈ। ਸੋ ਪ੍ਰੋਫੈਸਰ ਤੇਜਾ ਸਿੰਘ ਅਤੇ ਫਿਰ ਪ੍ਰੋਫੈਸਰ ਸੰਤ ਸਿੰਘ ਸੇਖੋਂ ਦੇ ਨਾਲ ਇਹਨਾਂ ਦੀ ਜਿਹੜੀ ਸੰਗਤ ਸੀ, ਉਸ ਸੰਗਤ ਦੇ ਵਿੱਚੋਂ ਇੱਕ ਸ਼ਾਇਰ, ਇੱਕ ਲੇਖਕ ਵਾਲੀ ਸ਼ਖਸੀਅਤ ਇਹਨਾਂ ਦੀ ਉੱਭਰਦੀ ਹੈ। 1939 ਈਸਵੀ ਵਿੱਚ ਪ੍ਰੋਫੈਸਰ ਮੋਹਨ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਪ੍ਰੋਫੈਸਰ ਲੱਗੇ ਅਤੇ 5 ਦਰਿਆ ਨਾਂ ਦਾ ਉਹਨਾਂ ਨੇ ਮਾਸਿਕ ਪੱਤਰ ਵੀ ਸ਼ੁਰੂ ਕੀਤਾ, ਮਹੀਨਾਵਾਰ, ਮੰਥਲੀ ਮੈਗਜ਼ੀਨ ਜਿਹਨੂੰ ਅਸੀਂ ਕਹਿੰਦੇ ਹਾਂ। 1946 ਈਸਵੀ ਵਿੱਚ ਉਹਨਾਂ ਨੇ ਆਪਣੇ ਅਧਿਆਪਨ ਦਾ ਕਾਰਜ ਛੱਡਿਆ ਅਤੇ ਹਿੰਦ ਪਬਲਿਸ਼ਰਜ਼ ਲਿਮਟਿਡ ਅਧੀਨ ਪ੍ਰਕਾਸ਼ਨਾਂ ਦਾ ਕੰਮ ਸ਼ੁਰੂ ਕੀਤਾ। ਇੱਕ ਪ੍ਰਕਾਸ਼ਕ, ਪਬਲਿਸ਼ਰ ਦੇ ਰੂਪ ਦੇ ਵਿੱਚ ਵੀ ਉੱਭਰ ਕੇ ਸਾਹਮਣੇ ਆਉਂਦੇ ਆ। ਅਤੇ ਦੇਸ਼ ਵੰਡ ਤੋਂ ਬਾਅਦ 1947 ਦੀ ਜਿਹੜੀ ਦੇਸ਼ ਵੰਡ ਸੀ, ਉਸ ਤੋਂ ਬਾਅਦ ਉਹਨਾਂ ਅੰਮ੍ਰਿਤਸਰ, ਫਿਰ ਜਲੰਧਰ ਅਤੇ ਇਸ ਤੋਂ ਬਾਅਦ ਜਲੰਧਰ ਤੋਂ ਬਾਅਦ ਕੀ ਆ ਉਹ ਲੁਧਿਆਣੇ ਚਲੇ ਗਏ ਅਤੇ ਪ੍ਰਕਾਸ਼ਨ ਦੇ ਕਾਰਜ ਦੇ ਨਾਲ ਨਾਲ ਉਹਨਾਂ 5 ਦਰਿਆ ਵੀ ਆਪਣਾ ਪ੍ਰਕਾਸ਼ਿਤ ਕਰਦੇ ਰਹੇ। 1967 ਈਸਵੀ ਵਿੱਚ ਆਪ ਖਾਲਸਾ ਕਾਲਜ ਪਟਿਆਲਾ ਵਿਖੇ ਨਿਯੁਕਤ ਹੋਏ ਅਤੇ 1971 ਈਸਵੀ ਵਿੱਚ ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪ੍ਰੋਫੈਸਰ ਐਮਰੇਟਸ ਦੇ ਅਹੁਦੇ 'ਤੇ ਨਿਯੁਕਤ ਹੋਏ। ਦੁੱਖ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਉਹ ਦਿਨ ਆਉਂਦਾ ਜਿਹੜਾ ਹਰ ਜਿਉਂਦੇ ਬੰਦੇ ਦੇ ਅਖੀਰ 'ਤੇ ਆਉਂਦਾ, ਮੌਤ ਦਾ ਦਿਨ। 3 ਮਈ 1978 ਈਸਵੀ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ, ਜਿਸ ਨਾਲ ਪੰਜਾਬੀ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਪਿਆ। ਰਚਨਾਵਾਂ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਰਚਨਾਵਾਂ ਲਿਖੀਆਂ ਨੇ। ਮਹਾਂਕਾਵ ਲਿਖਿਆ, ਕਾਵ ਸੰਗ੍ਰਹਿ ਲਿਖੇ ਨੇ, ਕਈ ਕਹਾਣੀਆਂ ਲਿਖੀਆਂ, ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਨੇ। ਪਰੰਤੂ ਬਹੁਤ ਜਿਹੜੀ ਮਕਬੂਲੀਅਤ ਜਾਂ ਉਹਨਾਂ ਦੀ ਪ੍ਰਸਿੱਧੀ ਸੀ ਉਹ ਇੱਕ ਸ਼ਾਇਰ ਵਜੋਂ ਹੋਈ। ਸੋ ਉਹਨਾਂ ਦੇ ਬੜੇ
ਕਾਵ ਸੰਗ੍ਰਹਿ ਅਜਿਹੇ ਨੇ ਜਿਹੜੀ ਲੋਕਾਂ ਦੀ ਜ਼ੁਬਾਨ 'ਤੇ ਸਨ, ਭਾਵ ਕਿ ਬਹੁਤ ਪ੍ਰਚਲਿਤ ਸਨ। ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ ਵੱਡਾ ਵੇਲਾ, ਆਵਾਜ਼ਾਂ ਜੰਦਰੇ ਜੈਮੀਰ ਬੂਹੇ ਆਦਿ ਉਹਨਾਂ ਦੇ ਅਜਿਹੇ ਕਾਵ ਸੰਗ੍ਰਹਿ ਸਨ। ਕਹਾਣੀ ਸੰਗ੍ਰਹਿ ਵੀ ਇੱਕ ਜ਼ਿਕਰ ਕਰਦਾ ਤੁਹਾਡੇ ਨਾਲ, ਨਿੱਕੀ ਨਿੱਕੀ ਵਾਸ਼ਨਾ ਉਹਨਾਂ ਦਾ ਪ੍ਰਕਾਸ਼ਿਤ ਹੋਇਆ। ਅਤੇ ਮਹਾਂਕਾਵ ਨਨਕਾਇਣ, ਏਸ਼ੀਆ ਦਾ ਚਾਨਣ। ਨਨਕਾਇਣ ਜਿਹੜਾ ਸੀ, ਨਾਨਕਾਇਣ ਉਹਨਾਂ ਦਾ ਮਹਾਂਕਾਵ ਜਿਹੜਾ ਇੱਕ ਲੰਮਾ ਕਾਵ ਸੀਗਾ, ਉਹ ਉਹਨਾਂ ਦੀ ਮੌਲਿਕ ਕਿਰਤ ਸੀ। ਅਤੇ ਏਸ਼ੀਆ ਦਾ ਚਾਨਣ ਉਹਨਾਂ ਦਾ ਅਨੁਵਾਦਿਤ ਮਹਾਂਕਾਵ ਸੀ। ਲੇਕਿਨ ਇਹਨਾਂ ਸਾਰਿਆਂ 'ਚੋਂ ਜੇਕਰ ਅਸੀਂ ਦੇਖਦੇ ਹਾਂ ਅਤੇ ਉਹਨਾਂ ਦੀ ਕਵਿਤਾ ਤਾਜ ਮਹਿਲ ਬਹੁਤ ਪ੍ਰਸਿੱਧ ਕਵਿਤਾ ਰਹੀ ਹੈ। ਤੁਸੀਂ ਹੋ ਸਕਦਾ ਤਾਜ ਮਹਿਲ ਦੇਖਿਆ ਹੋਵੇ, ਨਹੀਂ ਦੇਖਿਆ ਤਾਂ ਜ਼ਰੂਰ ਦੇਖਣਾ। TV ਚੈਨਲਾਂ 'ਤੇ ਅਕਸਰ ਤੁਸੀਂ ਦੇਖਿਆ ਹੋਏਗਾ, ਫਿਲਮਾਂ 'ਚ ਦੇਖਿਆ ਹੋਏਗਾ, ਪਰ ਜਾ ਕੇ ਵੀ ਕਦੇ ਮੌਕਾ ਮਿਲੇ ਤਾਂ ਜ਼ਰੂਰ ਦੇਖਣਾ। ਸੋ ਇਹ ਜਿਹੜੀ ਕਵਿਤਾ ਹੈ, ਇਹ ਤਾਜ ਮਹਿਲ ਦੁਆਲੇ ਕੇਂਦਰਿਤ ਹੈ। ਤੁਹਾਨੂੰ ਇਸ ਕਵਿਤਾ ਨੂੰ ਜਦੋਂ ਅਸੀਂ ਪੜ੍ਹਾਂਗੇ ਤਾਂ ਕਈ ਕੁਝ ਸਪਸ਼ਟ ਹੋਏਗਾ। ਆਓ ਪਹਿਲਾਂ ਇਸ ਕਵਿਤਾ ਦਾ ਇੱਕ ਪਾਠ ਤੁਹਾਨੂੰ ਸੁਣਾਈਏ, ਜਿਹੜੀ ਕਵਿਤਾ ਤੁਹਾਡੇ ਸਿਲੇਬਸ 'ਚ ਲੱਗੀ ਹੈ। ਸੁਣਨਾ ਧਿਆਨ ਦੇ ਨਾਲ। ਆਓ। ਸੋ ਕਵਿਤਾ ਤਾਜ ਮਹਿਲ। ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘੱਟ ਕੇ ਬਾਹੀਂ, ਸੋਹਲ ਪਤਲੀਆਂ ਚੰਨ ਦੀਆਂ ਰੇਸ਼ਮਾਂ ਸੁੱਤੀਆਂ ਬੇਪਰਵਾਹੀ। ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਊਂਗੇ। ਸੋ ਤਾਜ ਮਹਿਲ ਇਸ ਕਾਵਿ-ਬੰਧ ਦੇ ਵਿੱਚ ਥੋੜ੍ਹੇ ਔਖੇ ਸ਼ਬਦ ਜਿਹੜੇ ਤੁਹਾਡੇ ਨਾਲ ਅਸੀਂ ਉਹ ਵੀ ਡਿਸਕਸ ਕਰਦੇ ਹਾਂ ਕਿ ਤਾਜ ਮਹਿਲ ਮੁਗਲ ਬਾਦਸ਼ਾਹ ਸ਼ਾਹਜਹਾਨ ਵੱਲੋਂ ਆਗਰਾ ਵਿਖੇ ਆਪਣੀ ਬੇਗਮ, ਆਪਣੀ ਪਤਨੀ ਮੁਮਤਾਜ਼ ਦੀ ਯਾਦ ਵਿੱਚ ਬਣਾਇਆ ਮਕਬਰਾ ਹੈ, ਜੋ ਸੰਸਾਰ ਦੇ ਅਹਿਮ ਅਜੂਬਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਪੂਰੇ ਵਿਸ਼ਵ ਦੇ ਕੋਨੇ-ਕੋਨੇ 'ਚੋਂ ਭਾਰਤ ਦੇ ਵਿੱਚ ਇਸ ਤਾਜ ਮਹਿਲ ਨੂੰ ਦੇਖਣ ਦੇ ਲਈ ਲੋਕ ਆਉਂਦੇ ਨੇ, ਕਿਉਂਕਿ ਤਾਜ ਮਹਿਲ ਦੇਖਣ 'ਚ ਹੀ ਬੜਾ ਖੂਬਸੂਰਤ ਹੈ। ਰਗਦਾਰ ਜਿਹੜੀਆਂ ਲਿਖੀਆਂ ਨੇ, ਰਗਦਾਰ ਰੇਸ਼ਮ ਵਾਲੀਆਂ, ਬਰੀਕ ਧਾਰੀ ਵਾਲੀਆਂ, ਮਰਮਰ ਹੁੰਦਾ ਸੰਗਮਰਮਰ, ਚਿੱਟਾ ਪੱਥਰ, ਘੱਤ ਕੇ ਬਾਹੀਂ, ਬਾਹਾਂ ਪਾ ਕੇ, ਸੋਹਲ ਹੁੰਦਾ ਨਰਮ ਕੋਮਲ, ਗੜੂੰਦੇ, ਗੁੰਮ ਹੋਏ, ਮਗਨ ਹੋਏ, ਲੀਨ ਹੋਏ, ਊਂਗੇ, ਨੀਂਦ ਦੀਆਂ ਜਿਹੜੀਆਂ ਨੀਂਦ ਦੀ ਝੋਕ ਲੱਗਣੀ ਜਿਹਨੂੰ ਅਸੀਂ ਕਹਿੰਦੇ ਹਾਂ, ਊਂਘਣਾ। ਅਗਲਾ ਕਾਵਿ-ਬੰਧ ਹੈ ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਵਲੇਵੇਂ ਵਲੀਆਂ, ਸ਼ਾਂਤ ਸੁੱਤੇ ਜਮਨਾ ਦੇ ਕੰਢੇ, ਹਰੇ ਭਰੇ ਅਤੇ ਸਾਵੇ, ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ। ਸੋ ਜਿਹੜਾ ਪਹਿਲਾ ਕਾਵਿ-ਬੰਧ ਸੀ ਉਹ ਤਾਜ ਮਹਿਲ ਦੀ ਉਸ ਖੂਬਸੂਰਤੀ ਨੂੰ ਬਿਆਨ ਕਰਦਾ ਹੈ ਕਿ ਜਿਹੜਾ ਤਾਜ ਮਹਿਲ ਦਾ ਰਾਤ ਦਾ ਦ੍ਰਿਸ਼ ਹੈ ਉਹ ਬਹੁਤ ਖੂਬਸੂਰਤ ਹੈ, ਮਨਮੋਹਣਾ ਹੈ। ਔਰ ਇਸ ਮਨਮੋਹਣੇ ਦ੍ਰਿਸ਼ ਦੇ ਵਿੱਚ ਕੀ ਹੈ, ਦੁੱਧ ਵਰਗੀਆਂ ਚਿੱਟੀਆਂ ਜਿਹੜੀਆਂ ਰੇਸ਼ੇਦਾਰ ਪੱਥਰ ਲੱਗੇ ਨੇ, ਇੰਝ ਲੱਗਦਾ ਕਿ ਕੁਦਰਤ ਦੀ ਗੋਦ ਦੇ ਵਿੱਚ ਹਨ। ਔਰ ਕੁਦਰਤ ਉਸ ਦਾ ਆਨੰਦ ਮਾਣਦੀ ਨਜ਼ਰ ਆਉਂਦੀ ਹੈ। ਜਿਵੇਂ ਬਿਰਛਿਆਂ ਬੂਟਿਆਂ ਦੇ ਜਿਹੜੇ ਪਰਛਾਵੇਂ ਨੇ ਉਹ ਨਸ਼ਿਆਂ ਦੇ ਵਿੱਚ ਗੁੰਮ ਹੋਏ, ਘਾਹ ਦੇ ਨਰਮ ਛਾਤੀ ਦੇ ਸਵਾਦ ਵਿੱਚ ਆਏ ਊਂਘ ਰਹੇ ਹੋਣ। ਕਹਿਣ ਦਾ ਭਾਵ ਇਹ ਕਿ ਇਹ ਇੱਕ ਅਲੰਕਾਰਕ ਸ਼ਬਦਾਵਲੀ ਹੈ ਜਿਹੜੀ ਇਸੇ ਵਿਸ਼ੇ ਨੂੰ ਬਿਆਨ ਕਰਦੀ ਹੈ ਕਿ ਜਿਹੜਾ ਤਾਜ ਮਹਿਲ ਹੈ, ਇਹ ਜਿਹੜਾ ਚੰਦ ਦਾ ਦ੍ਰਿਸ਼ ਹੈ, ਕੁਦਰਤ ਦਾ ਦ੍ਰਿਸ਼ ਹੈ, ਇਹ ਸਾਰਾ ਇੱਕ ਤਾਜ ਮਹਿਲ ਦੀ ਖੂਬਸੂਰਤੀ ਦੇ ਨਾਲ ਇੱਕਮਿਕ ਹੈ। ਕੁਦਰਤ ਵੀ ਤਾਜ ਮਹਿਲ ਦੀ ਖੂਬਸੂਰਤੀ ਦਾ ਆਨੰਦ ਮਾਣਦੀ ਨਜ਼ਰ ਆਉਂਦੀ ਹੈ। ਅੱਗੇ ਵੀ ਦੇਖੋ, ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ। ਗੰਧ ਹੁੰਦੀ ਸੁਗੰਧੀ, ਖੁਸ਼ਬੂ,
ਵਲੇਵੇਂ ਘੇਰੇ ਵਲੀਆਂ ਘੇਰੀਆਂ ਜਮਨਾ, ਇੱਕ ਦਰਿਆ ਦਾ ਨਾਂ, ਨਦੀ ਦਾ ਨਾਂ, ਨੀਂਦ ਵਿਗੁੱਤੀ ਨੀਂਦ ਵਿੱਚ ਡੁੱਬੀ। ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤੇ ਸਾਵੇ ਸਾਵੇ ਹੁੰਦੇ ਹਰੇ, ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਖਲਾਵੇ। ਜਮਨਾ ਨਦੀ ਦੇ ਕੰਢੇ 'ਤੇ ਇਹ ਤਾਜ ਮਹਿਲ ਬਣਿਆ। ਅਗਲਾ ਦ੍ਰਿਸ਼ ਹੈ ਕਾਵਿਕ ਬੰਦ ਦੇ ਵਿੱਚ, ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ। ਸ਼ਾਂਤ ਨਦੀ ਦਾ ਪਾਣੀ ਹੈ ਅਤੇ ਰਾਤ ਦੇ ਦ੍ਰਿਸ਼ ਦੇ ਵਿੱਚ ਤਾਜ ਮਹਿਲ ਦਾ ਪਰਛਾਵਾਂ ਉਹਦੇ ਵਿੱਚ ਹੈ। ਜਿਹੜਾ ਚੰਦ ਹੈ ਉਹਦੀ ਰੌਸ਼ਨੀ ਦੇ ਨਾਲ ਤਾਜ ਮਹਿਲ ਦਾ ਪਰਛਾਵਾਂ ਉਸ ਨਦੀ 'ਚ ਸੁੱਤਾ ਨਜ਼ਰ ਆਉਂਦਾ, ਉਸ ਨਦੀ ਦੇ ਪਾਣੀ ਦੇ ਵਿੱਚ। ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ, ਐਪਰ ਦੂਰ ਸਾਗਰਾਂ ਵੰਨੀ, ਨੱਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸ ਦੀ ਬੱਜੀ। ਸੋ ਇਹ ਇੱਕ ਖੂਬਸੂਰਤ ਦ੍ਰਿਸ਼ ਹੈ ਕਿ ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਵੀ ਸੁੱਤਾ ਨਜ਼ਰ ਆਉਂਦਾ ਅਤੇ ਇੰਝ ਪ੍ਰਤੀਤ ਹੁੰਦਾ ਕਿ ਜਿਵੇਂ ਜਮਨਾ ਨੇ ਤਾਜ ਮਹਿਲ ਨੂੰ ਚੁਰਾਉਣ ਲਈ ਆਪਣੀ ਬੁੱਕਲ 'ਚ ਲੁਕੋਇਆ ਹੋਵੇ। ਇਹ ਵੀ ਅਲੰਕਾਰਕ ਸ਼ਬਦਾਵਲੀ ਹੈ। ਅਰਥ ਸਿਰਫ ਇੰਨਾ ਹੀ ਆ ਕਿ ਤਾਜ ਮਹਿਲ ਦੀ ਖੂਬਸੂਰਤੀ ਨੂੰ, ਉਸ ਦੇ ਖੂਬਸੂਰਤੀ ਦੇ ਆਨੰਦ ਨੂੰ ਹਰ ਕੋਈ ਮੰਨਣਾ ਚਾਹੁੰਦਾ, ਪ੍ਰਕਿਰਤੀ ਵੀ ਮੰਨਣਾ ਚਾਹੁੰਦੀ ਹੈ। ਅਗਲਾ ਕਾਵਿ-ਬੰਧ, ਸੁੱਤੇ ਇਸ ਚੌਗਿਰ ਦੇ ਅੰਦਰ ਮੈਂ ਇਕੱਲਾ ਇੱਕ ਜਾਗਾਂ। ਮੈਂ ਸੁਚੇਤ ਵਿਅਕਤੀ ਜਿਹੜਾ ਦੁਨੀਆ ਦੀ ਸੋਝੀ ਰੱਖਦਾ ਕਿ ਸਾਰਾ ਆਲਾ ਦੁਆਲਾ ਸੁੱਤਾ ਹੈ, ਬੰਦ ਅੱਖਾਂ ਦੇ ਨਾਲ ਤਾਜ ਮਹਿਲ ਦੀ ਖੂਬਸੂਰਤੀ ਨੂੰ ਦੇਖਦਾ ਹੈ। ਅਤੇ ਜਿਹੜਾ ਜਾਗ ਰਿਹਾ ਇਕੱਲਾ ਸੁਚੇਤ ਵਿਅਕਤੀ ਹੈ, ਉਹ ਕੀ ਦੇਖ ਰਿਹਾ? ਜਗ ਰਹੀਆਂ ਦੋ ਅੱਖਾਂ ਮੇਰੀਆਂ, ਚੁੱਪ ਚੁੱਪ ਵਾਂਗ ਚਿਰਾਗਾਂ, ਗੁੰਬਦ ਦਿਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੁਹਜ ਸਵਾਦ ਤਰਿਹਾਈਆਂ। ਤੱਕ ਤੱਕ ਕਸਮ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਸ਼ਾਹ ਜਹਾਨ ਦੇ ਸੁਹਜ ਸਵਾਦ ਨੂੰ ਲੂਣ ਨੂੰ ਪਿਆਸ ਲਾਵੇ। ਜਦੋਂ ਪਹਿਲੀ ਨਜ਼ਰੇ ਜਾਗਦਾ ਹੈ ਉਹ ਜਾਗਿਆ ਹੋਇਆ ਵਿਅਕਤੀ ਕਿੱਦਾਂ ਦਾ ਕਾਵਿਕ ਜਿਹੜਾ ਕਵਿਤਾ ਦਾ ਬਿੰਬ ਹੈ ਉਹਦੇ ਰਾਹੀਂ ਕਿੱਦਾਂ ਦਾ ਦ੍ਰਿਸ਼ ਦੇਖਦਾ ਹੈ ਕਿ ਜਿਹੜੇ ਗੁੰਬਦ ਨੇ ਤਾਜ ਮਹਿਲ ਦੇ, ਜਿਹੜੀ ਤਾਜ ਮਹਿਲ ਦੀ ਉੱਪਰਲੀ ਗੋਲ ਛੱਤ ਗੁਲਾਈ ਹੈ, ਉਹ ਮਸਤਾਈ ਖੂਬਸੂਰਤ ਨਜ਼ਰ ਆਉਂਦੀ ਹੈ। ਉਸ ਸਾਰੀ ਖੂਬਸੂਰਤੀ ਨੂੰ ਵੇਖ ਕੇ ਅਤੇ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਜਿਹੜਾ ਇਹ ਖੂਬਸੂਰਤ ਮਹੱਲ ਤਾਜ ਮਹਿਲ ਬਣਾਇਆ, ਅੰਗ ਅੰਗ ਦੇ ਵਿੱਚੋਂ ਉਹਨਾਂ ਦੇ ਲਈ ਸਿਫਤ ਨਿਕਲਦੀ ਹੈ, ਉਸਤਤ ਨਿਕਲਦੀ ਹੈ, ਸ਼ਲਾਘਾ ਨਿਕਲਦੀ ਹੈ। ਸੋ ਇਹ ਪਹਿਲੀ ਨਜ਼ਰੇ ਜਿਹੜਾ ਵਿਅਕਤੀ ਤਾਜ ਮਹਿਲ ਨੂੰ ਵੇਖਣ ਜਾਂਦਾ ਉਹਦੀ ਦਾਸਤਾਨ ਬਿਆਨ ਕੀਤੀ ਹੈ ਕਿ ਉਹ ਵੀ ਇਸ ਖੂਬਸੂਰਤੀ ਨੂੰ ਸਲਾਹੁੰਦਾ ਹੈ, ਉਸ ਦੀ ਉਸਤਤ ਕਰਦਾ ਹੈ ਔਰ ਉਸੇ ਉਸਤਤ ਦੇ ਵਿੱਚੋਂ ਉਹ ਵਾਰ-ਵਾਰ ਉੱਥੇ ਉਸ ਤਾਜ ਮਹਿਲ ਨੂੰ ਦੇਖਣਾ ਚਾਹੁੰਦਾ ਹੈ। ਅਗਲਾ ਕਾਵਿਕ ਬੰਦ ਕੀ ਹੈ? ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਚੂਕਾਂ ਕੂਕਾਂ ਤੇ ਫਰਿਆਦਾਂ ਜਾ ਅੰਬਰ ਨੂੰ ਛੋਹਿਆ, ਹੜ ਮਜ਼ਦੂਰਨੀਆਂ ਦਾ ਵਗਿਆ, ਨਾਲ ਮਜ਼ੂਰ ਹਜ਼ਾਰਾਂ, ਚੁੱਕੀ ਕਹੀਆਂ ਦੁਰਮਟ ਤੇਸੇ, ਬੱਜੇ ਵਿੱਚ ਵਗਾਰਾਂ। ਫਿਰ ਸੁਣਿਓ ਧਿਆਨ ਦੇ ਨਾਲ, ਇਹ ਕਵਿਤਾ ਦਾ ਅਸਲੀ ਥੀਮ ਨਿਕਲਦਾ ਇਹ 'ਚੋਂ। ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੂਕਾਂ ਤੇ ਫਰਿਆਦਾਂ ਜਾ ਅੰਬਰ ਨੂੰ ਛੋਹਿਆ, ਹੜ ਮਜ਼ਦੂਰਨੀਆਂ ਦਾ ਵਗਿਆ, ਨਾਲ ਮਜ਼ੂਰ ਹਜ਼ਾਰਾਂ, ਚੁੱਕੀ ਕਹੀਆਂ ਦੁਰਮਟ ਤੇਸੇ, ਬੱਜੇ ਵਿੱਚ ਵਗਾਰਾਂ। ਸੱਚ ਕੀ ਹੈ ਕਿ ਇਹ ਜਿਹੜਾ ਖੂਬਸੂਰਤ ਤਾਜ ਮਹਿਲ ਬਣਾਇਆ, ਇਹ ਜਦੋਂ ਦੂਸਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਉਹ ਜਿਹੜਾ ਗੁੰਬਦ ਦਾ ਗੋਲਾਈ ਸੀ ਤਾਜ ਮਹਿਲ ਦੀ ਉੱਪਰਲੀ, ਉਹ ਟੋਟੇ ਟੋਟੇ ਨਜ਼ਰ ਆਉਂਦਾ, ਟੁੱਟਿਆ ਨਜ਼ਰ ਆਉਂਦਾ, ਕਿਉਂਕਿ ਉਹਦੇ ਵਿੱਚ ਉਹਨਾਂ ਹਜ਼ਾਰਾਂ ਮਜ਼ਦੂਰਾਂ ਦੇ ਉਸ ਸੰਤਾਪ ਦਾ ਦ੍ਰਿਸ਼ ਨਜ਼ਰ ਆਉਂਦਾ ਜਿਸ ਵਿੱਚ ਉਹਨਾਂ ਨੇ ਮਿਹਨਤ ਕੀਤੀ ਹੈ, ਕੰਮ ਕੀਤਾ ਹੈ, ਪਰੰਤੂ ਵਗਾਰ ਬਿਨਾਂ ਪੈਸੇ ਤੋਂ ਕੰਮ ਕੀਤਾ ਔਰ ਧੱਕੇ ਨਾਲ ਕਰਾਇਆ ਗਿਆ। ਕੰਮ ਦੋ ਤਿੰਨ ਤਰ੍ਹਾਂ ਦਾ ਹੁੰਦਾ। ਇੱਕ ਕੰਮ ਅਸੀਂ ਕਰਦੇ ਪੈਸੇ ਲੈ ਕੇ, ਉਹ ਸਾਡੀ ਕਿੱਤਾ ਹੁੰਦਾ, ਸਾਡੀ
ਕਮਾਈ ਹੁੰਦੀ ਹੈ। ਜਿਹੜਾ ਅਸੀਂ ਕੰਮ ਕਰਦੇ ਹਾਂ ਅਤੇ ਉਹਦੇ ਵਿੱਚ ਅਸੀਂ ਪੈਸੇ ਲੈ, ਉਹ ਸਾਡਾ ਕਿੱਤਾ ਹੈ। ਦੂਸਰਾ ਕੰਮ ਅਸੀਂ ਇਸ ਤਰ੍ਹਾਂ ਦਾ ਕਰਦੇ ਹਾਂ ਕਿ ਅਸੀਂ ਕਿਸੇ ਲਈ ਕੰਮ ਕਰਦੇ ਹਾਂ ਪਰੰਤੂ ਉਹਦੇ ਕੋਲੋਂ ਪੈਸਾ ਵੀ ਕੋਈ ਨਹੀਂ ਲੈਂਦੇ, ਆਪਣੀ ਮਰਜ਼ੀ ਨਾਲ ਕਰਦੇ ਹਾਂ, ਉਹਨੂੰ ਕਹਿੰਦੇ ਆ ਸੇਵਾ। ਤੀਜਾ ਕੰਮ ਹੁੰਦਾ ਕਿ ਜਿਸ ਕੰਮ ਨੂੰ ਅਸੀਂ ਨਾ ਤਾਂ ਆਪਣੀ ਮਰਜ਼ੀ ਨਾਲ ਕਰਦੇ ਹਾਂ ਅਤੇ ਨਾ ਹੀ ਉਸ ਕੰਮ ਦਾ ਕੋਈ ਪੈਸਾ ਮਿਲਦਾ ਹੈ, ਅਤੇ ਉਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਉਹ ਕਿਸੇ ਦੇ ਦਬਾਓ ਹੇਠ ਕਰਨਾ ਪੈਂਦਾ, ਕਿਸੇ ਦੀ ਗੁਲਾਮੀ 'ਚ ਕਰਨਾ ਪੈਂਦਾ, ਉਹਨੂੰ ਕਹਿੰਦੇ ਆ ਵਗਾਰ। ਸੋ ਇਹ ਜਿਹੜਾ ਤਾਜ ਮਹਿਲ ਦੇ ਵਿੱਚ ਜਿੰਨੇ ਵੀ ਮਜ਼ਦੂਰ ਮਿਸਤਰੀ ਸਨ, ਕਵੀ ਅਨੁਸਾਰ ਉਹਨਾਂ ਕੋਲੋਂ ਵਗਾਰ ਕਰਵਾਈ ਗਈ ਹੈ। ਬਿਨਾਂ ਪੈਸੇ ਦੇ ਕੇ ਇਹ ਧੱਕੇ ਦੇ ਨਾਲ ਜ਼ਬਰਦਸਤੀ ਕੰਮ ਕਰਵਾਇਆ ਗਿਆ, ਜਿਨ੍ਹਾਂ ਨੇ ਇਸ ਤਾਜ ਮਹਿਲ ਨੂੰ ਖੂਬਸੂਰਤ ਬਣਾਇਆ। ਇਹ ਕਵੀ ਦੇ ਆਪਣੇ ਵਿਚਾਰ ਹਨ, ਬੜੇ ਕ੍ਰਾਂਤੀਕਾਰੀ ਕਿਸਮ ਦੇ ਵਿਚਾਰ। ਦੁਧੀਆਂ ਨਾਲ ਪਲਮਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਦੇ ਵਿੱਚ ਆਹਾਂ, ਬੋਕਿਆਂ ਵਰਗੇ ਪੇਟ ਉਹਨਾਂ ਦੇ, ਤੁੱਕਿਆਂ ਵਰਗੇ ਗਾਟੇ, ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਵਿਆਹੀਆਂ ਪਾਟੇ। ਦੁੱਖ ਇੱਥੇ ਹੈ, ਇਸ ਕਵਿਤਾ ਦੇ ਵਿੱਚ ਵੱਡਾ ਦੁੱਖ ਇੱਥੇ ਹੈ। ਦੁੱਧੀਆਂ ਛਾਤੀਆਂ, ਪਲਮਦੇ, ਲਮਕਦੇ ਲਟਕਦੇ, ਹਿੱਕ ਛਾਤੀ ਸੀਨਾ, ਬੋਕਾ ਖੂਹ ਵਿੱਚੋਂ ਪਾਣੀ ਭਰਨ ਦੇ ਲਈ ਚੰਮ ਦਾ ਇੱਕ ਭਾਂਡਾ ਜਿਹਾ ਬਣਾਇਆ ਹੁੰਦਾ, ਗਾਟਾ ਗਰਦਨ, ਵਿਆਹੀਆਂ ਪਟਣੀਆਂ ਫਟਣੀਆਂ, ਅੱਡੀਆਂ ਦਾ ਫਟਣਾ। ਤੋ ਦੁਖਾਂਤਕ ਜਿਹਾ ਦ੍ਰਿਸ਼ ਹੈ ਕਿ ਜਿਨ੍ਹਾਂ ਮਜ਼ਦੂਰਾਂ ਨੇ, ਜਿਨ੍ਹਾਂ ਮਿਸਤਰੀਆਂ ਨੇ ਕੰਮ ਕੀਤਾ, ਉਹਨਾਂ ਨੇ ਵਗਾਰ ਕੀਤੀ ਹੈ। ਜੇ ਛੋਟੇ ਛੋਟੇ ਬੱਚੇ, ਨਵਜੰਮੇ ਬੱਚੇ, ਦੁੱਧ ਪੀਂਦੇ ਬੱਚੇ ਮਾਵਾਂ ਦਾ ਸਨ ਅਤੇ ਉਹ ਵੀ ਉਹਨਾਂ ਨੇ ਆਪਣੇ ਨਾਲ ਚੱਕੇ ਸਨ। ਅੱਖਾਂ ਵਿੱਚ ਅੱਥਰੂ ਸਨ, ਕੰਮ ਕਰ ਰਹੇ ਸਨ। ਭੁੱਖ ਦੇ ਨਾਲ ਜਾਨ ਨਿਕਲਦੀ ਸੀ, ਰੋਟੀ ਪੂਰੀ ਨਹੀਂ ਮਿਲੀ ਅਤੇ ਸਰੀਰ ਸੁੱਕੇ ਸਨ। ਕੰਮ ਕਰ ਕਰਕੇ ਪੈਰਾਂ ਦੇ ਵਿੱਚ ਵੀ, ਹੱਥਾਂ ਦੇ ਵਿੱਚ ਵੀ ਛਾਲੇ ਪੈ ਚੁੱਕੇ ਸਨ। ਅਗਲਾ ਦ੍ਰਿਸ਼ ਦੇਖਦੇ ਹਾਂ ਕੀ ਹੈ ਇਸ ਕਾਵਿ ਦੇ ਵਿੱਚ। ਫਿਰ ਵੀ ਕੰਮ ਕਰਾਉਣ ਵਾਲੇ, ਹੁਣ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਫਾਂਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜ੍ਹੀ ਜਾਣ ਸਲਾਟਾਂ। ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਰਲਾਈ। ਸੋ ਇਹ ਦੂਸਰੀ ਨਜ਼ਰ ਆ, ਬੜੀ ਸੁਚੇਤ ਨਜ਼ਰ ਆ, ਜਿੱਥੋਂ ਕਵੀ ਇਸ ਵਿਸ਼ੇ ਨੂੰ ਬਿਆਨ ਕਰੇ। ਪ੍ਰੋਫੈਸਰ ਮੋਹਨ ਸਿੰਘ ਅਨੁਸਾਰ ਜਿਹੜੇ ਕੰਮ ਕਰਾਉਣ ਵਾਲੇ ਜ਼ਾਲਮ ਸਨ, ਮੁਗਲ ਹਕੂਮਤ ਵਿੱਚ ਸਨ, ਉਹਨਾਂ ਇਹਨਾਂ ਨੂੰ ਕੁੱਟਿਆ ਵੀ, ਮਾਰਿਆ ਵੀ, ਲਾਸ਼ਾਂ ਪਾਤੀਆਂ, ਔਰ ਇੰਨਾ ਕੁੱਟਿਆ ਕਿ ਉਹਨਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਗਿਆ। ਉਹ ਮਾਸੂਮ ਸਨ, ਭੋਲੇ ਸਨ, ਪਿੰਡਿਆਂ 'ਤੇ ਕੁੱਟ ਖਾਧੀ। ਜਦੋਂ ਇੱਦਾਂ ਦੀ ਮਜ਼ਦੂਰਾਂ ਦੀ ਕਹਿੰਦੇ ਤਸਵੀਰ ਮੈਨੂੰ ਇਸ ਤਾਜ ਮਹਿਲ 'ਚੋਂ ਨਜ਼ਰ ਆਈ ਹੈ ਅਤੇ ਆਤਮਾ ਕੁਰਲਾਉਂਦੀ ਹੈ, ਰੂਹ ਕੁਰਲਾਉਂਦੀ ਹੈ, ਸ਼ਾਇਰ ਦੀ ਆਤਮਾ ਪਿਘਲ ਜਾਂਦੀ ਹੈ। ਉੱਥੋਂ ਇਹ ਕਵਿਤਾ ਨਿਕਲਦੀ ਹੈ, ਕਿਉਂਕਿ ਜਿਹੜੀ ਕਵਿਤਾ ਕੋਈ ਸ਼ਾਇਰ ਲਿਖਦਾ ਹੈ ਉਹ ਇਕੱਲਾ ਦ੍ਰਿਸ਼ ਨਹੀਂ ਬਿਆਨ ਕਰਦਾ, ਉਸ ਦ੍ਰਿਸ਼ ਦੇ ਪਿੱਛੇ ਬਹੁਤ ਕੁਝ ਪਿਆ ਹੁੰਦਾ। ਇਸੇ ਕਰਕੇ ਜਿਹੜੀ ਸਾਹਿਤਕ ਲੇਖਣੀ ਹੈ ਉਹ ਜੋ ਬਿਆਨ ਕਰਦੀ ਹੈ ਉਹਦੇ ਨਾਲੋਂ ਵੀ ਬਹੁਤ ਪਾਰ ਫੈਲਦੀ ਹੈ, ਬਹੁਤ ਅੱਗੇ ਜਾਂਦੀ ਹੈ। ਉਹ ਸਮਾਜ ਦਾ ਸੰਕਟ ਵੀ ਬਿਆਨ ਕਰਦੀ ਹੈ, ਉਹ ਸਮਾਜ ਦੀਆਂ ਸਮੱਸਿਆਵਾਂ ਨੂੰ ਵੀ ਬਿਆਨ ਕਰਦੀ ਹੈ, ਉਹ ਸਮਾਜ ਦੇ ਬਿਹਤਰ ਸਮਾਜ ਦੇ ਲਈ ਇੱਕ ਦਿਸ਼ਾ ਵੀ ਦਿੰਦੀ ਹੈ। ਸੋ ਇਸੇ ਤਰ੍ਹਾਂ ਹੀ ਪ੍ਰੋਫੈਸਰ ਮੋਹਨ ਸਿੰਘ ਦੀ ਇਹ ਕਵਿਤਾ ਤਾਜ ਮਹਿਲ ਹੈ। ਦੋ ਤਰ੍ਹਾਂ ਦੀਆਂ ਚੀਜ਼ਾਂ ਨੇ ਇਹਦੇ ਵਿੱਚ। ਇੱਕ ਪਾਸੇ ਦਸ਼ਾ ਹੈ, ਪ੍ਰੈਜ਼ੈਂਟ, ਵਰਤਮਾਨ ਦੀ ਦਾਸਤਾਨ ਹੈ। ਉਸ ਵਰਤਮਾਨ ਦੀ ਦਾਸਤਾਨ ਦੇ ਵਿੱਚ ਪਹਿਲੇ ਦ੍ਰਿਸ਼ ਉਹ ਨੇ ਜਿੱਥੇ ਇੱਕ ਅਜੂਬੇ ਦੇ ਵਿੱਚ ਤਾਜ ਮਹਿਲ ਦੀ ਖੂਬਸੂਰਤੀ ਆਉਂਦੀ ਹੈ, ਦੁਨੀਆ 'ਚੋਂ ਲੋਕ ਤਾਜ ਮਹਿਲ ਨੂੰ ਦੇਖਣ ਲਈ ਆਉਂਦੇ ਹਨ। ਇਹ ਇੱਕ ਉਹ ਦਸ਼ਾ ਹੈ, ਇੱਕ ਸਥਿਤੀ ਹੈ। ਦੂਸਰੀ ਦਸ਼ਾ ਕੀ ਹੈ ਕਿ ਜਦੋਂ ਇਤਿਹਾਸਿਕ ਪਿਛੋਕੜ ਦੇ ਵਿੱਚ ਸ਼ਾਇਰ ਇੱਕ ਨਜ਼ਰ ਮਾਰਦਾ ਹੈ ਕਿ ਇਹ ਜਿੰਨੇ ਮਜ਼ਦੂਰ ਨੇ, ਮਿਸਤਰੀ ਸਨ, ਜਿੰਨਾ ਕੰਮ ਕਰਕੇ ਇਸ ਤਾਜ ਮਹਿਲ ਨੂੰ ਇੰਨਾ ਖੂਬਸੂਰਤ ਬਣਾਇਆ, ਉਹਨਾਂ 'ਤੇ ਜ਼ੁਲਮ ਹੋਇਆ।
ਉਹਨਾਂ ਨੂੰ ਇਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਿਆ। ਹਜ਼ਾਰਾਂ ਮਜ਼ਦੂਰਨੀਆਂ ਉਹਨਾਂ ਦੇ ਬੱਚਿਆਂ ਨੇ ਇਸ ਦਾ ਸੰਤਾਪ ਝੱਲਿਆ। ਕਵੀ ਇੱਥੋਂ ਆਪਣੇ ਵਿਸ਼ੇ ਨੂੰ ਉਜਾਗਰ ਕਰਦਾ ਹੈ, ਤੁਹਾਨੂੰ ਉਹ ਤਸਵੀਰ ਬਿਆਨ ਕਰਦਾ ਹੈ ਜਿਹੜੀ ਤਸਵੀਰ ਨੂੰ ਦੇਖ ਕੇ ਉਸ ਤਾਜ ਮਹਿਲ ਦੀ ਖੂਬਸੂਰਤੀ ਨੂੰ ਲੋਕ ਦੇਖਣ ਲਈ ਜਾਂਦੇ ਹਨ। ਦੋ ਚੀਜ਼ਾਂ ਨੇ। ਇਹ ਵੀ ਸੱਚ ਹੈ ਕਿ ਇਹ ਕਵਿਤਾ ਇਸ਼ਾਰਾ ਕਰਦੀ ਹੈ ਕਿ ਸ਼ਾਹਜਹਾਨ ਜੀ ਨੇ ਜਿਹੜਾ ਇਹ ਤਾਜ ਮਹਿਲ ਬਣਾਇਆ ਵਾਕਈ ਬਹੁਤ ਖੂਬਸੂਰਤ ਸੀ, ਇੱਕ ਮਿਸਾਲ ਸੀ। ਦੂਸਰੇ ਪਾਸੇ ਕਵੀ ਨੇ ਇੱਕ ਹੋਰ ਵਿਸ਼ਾ ਬਿਆਨ ਕਰ ਦਿੱਤਾ ਕਿ ਇਸ ਦੇ ਪਿੱਛੇ ਹਜ਼ਾਰਾਂ ਮਜ਼ਦੂਰਨੀਆਂ ਕੰਮ ਕਰਨ ਵਾਲੇ ਕਾਮਿਆਂ 'ਤੇ ਜ਼ੁਲਮ ਹੋਇਆ, ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਨੂੰ ਬਣਦੀ ਉਹਨਾਂ ਦੀ ਮਿਹਨਤ ਮਿਲਣੀ ਚਾਹੀਦੀ ਸੀ, ਪਰ ਨਹੀਂ ਮਿਲੀ। ਇਹ ਸ਼ਾਇਰ ਦੇ ਆਪਣੇ ਨਿੱਜੀ ਵਿਚਾਰ ਹਨ। ਅੱਗੇ ਜਿਹੜੀ ਕਵਿਤਾ ਦੀਆਂ ਦੋ ਲਾਈਨਾਂ ਬਹੁਤ ਮਹੱਤਵਪੂਰਨ ਨੇ। ਇਹਨਾਂ ਦੋਨਾਂ ਸਤਰਾਂ ਦੇ ਵਿੱਚੋਂ ਹੀ ਕਵਿਤਾ ਦਾ ਸਾਰਾ ਕੇਂਦਰੀ ਭਾਵ ਜਿਹਨੂੰ ਅਸੀਂ ਕਹਿੰਦੇ ਉਹ ਨਿਕਲਦਾ ਹੈ, ਮੁੱਖ ਭਾਵ ਨਿਕਲਦਾ ਹੈ। ਉਹ ਕੀ ਹੈ? ਸ਼ਾਇਰ ਕਹਿੰਦਾ ਕਿ ਉਹ ਹੁਸਨ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦਾ, ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਕੁਐਸਚਨ ਕੀਤਾ, ਪ੍ਰਸ਼ਨ ਕੀਤਾ ਤੁਹਾਨੂੰ ਕਿ ਦੱਸੋ ਜਿਹੜਾ ਹੁਸਨ, ਜਿਹੜੀ ਖੂਬਸੂਰਤੀ ਤੁਸੀਂ ਦੇਖਦੇ ਹੋ, ਜੇ ਲੱਖਾਂ ਗਰੀਬਾਂ ਮਜ਼ਦੂਰਾਂ ਦੇ ਜ਼ੁਲਮ 'ਤੇ ਉਹ ਉਸਰੀ ਹੈ, ਅਤੇ ਕੀ ਉਸ ਨੂੰ ਹੁਸਨ ਕਹਿ ਸਕਦੇ ਹੋ? ਕੀ ਉਹ ਸੱਚੀ ਖੂਬਸੂਰਤੀ ਹੈ, ਜਾਂ ਉਸ ਨੂੰ ਸੁੰਦਰ ਹੋਣ ਦਾ ਦਰਜਾ ਮਾਣ ਦੇਣਾ ਚਾਹੀਦਾ? ਇਹ ਇੱਕ ਪ੍ਰਸ਼ਨ ਕਵੀ ਨੇ ਇਸ ਕਵਿਤਾ 'ਚ ਅਖੀਰ 'ਤੇ ਕੀਤਾ। ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਕਵੀ ਇੱਥੋਂ ਇਸ ਕਵਿਤਾ ਦੇ ਵਿੱਚ ਇੱਕ ਵੱਡਾ ਭਾਵ ਉਸਾਰਦਾ ਹੈ। ਕਵੀ ਸੁਨੇਹਾ ਦਿੰਦਾ, ਸਾਡੀ ਸੋਚ ਨੂੰ ਟੁੰਬਦਾ ਕਿ ਸੁੰਦਰਤਾ ਕਦੇ ਵੀ ਜ਼ੁਲਮ 'ਤੇ ਉਸਰੀ ਹੋਈ ਨਹੀਂ ਹੁੰਦੀ। ਕਵੀ ਨੇ ਇੱਕ ਵੱਡਾ ਵਿਅੰਗ ਕੀਤਾ ਹੈ ਕਿ ਉਹ ਸੁੰਦਰਤਾ ਨਹੀਂ ਹੋ ਸਕਦੀ ਜਿਹਦੇ ਪਿੱਛੇ ਜ਼ੁਲਮ ਹੋਵੇ, ਜਿਹਦੇ ਪਿੱਛੇ ਬੇਇਨਸਾਫੀ ਹੋਵੇ, ਕਿਉਂਕਿ ਸੁੰਦਰਤਾ ਹਮੇਸ਼ਾ ਕੋਮਲਤਾ ਦੇ ਵਿੱਚੋਂ, ਸੋਹੀ ਦੇ ਵਿੱਚੋਂ, ਚੰਗਿਆਈ ਦੇ ਵਿੱਚੋਂ, ਨੇਕੀ 'ਚੋਂ ਨਿਕਲਦੀ ਹੈ। ਸੋ ਇੱਕ ਤਕੜਾ ਵਿਅੰਗ ਹੈ। ਕਵੀ ਅਨੁਸਾਰ ਤਾਜ ਮਹਿਲ ਬਹੁਤ ਖੂਬਸੂਰਤ ਹੈ, ਔਰ ਉਸ ਦੀ ਖੂਬਸੂਰਤੀ ਦਾ ਆਨੰਦ ਕੁਦਰਤ ਵੀ ਲੈਂਦੀ ਹੈ, ਜਾਂ ਉਸ ਦੇ ਦੁਆਲੇ ਦੀ ਕੁਦਰਤ ਉਸ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੀ ਹੈ। ਪਰੰਤੂ ਜਿਹੜੀ ਖੂਬਸੂਰਤੀ, ਜਿਹੜੀ ਸੁੰਦਰਤਾ ਜ਼ੁਲਮ 'ਤੇ ਉਸਰੀ ਹੁੰਦੀ ਹੈ, ਉਹ ਕਈ ਸਵਾਲ ਖੜ੍ਹੇ ਕਰ ਜਾਂਦੀ ਹੈ। ਤਾਂ ਕਵੀ ਇੱਕ ਸੁਨੇਹਾ ਦਿੰਦਾ ਭਵਿੱਖ ਦੇ ਵਿੱਚ, ਇੱਕ ਦਿਸ਼ਾ ਦਿੰਦਾ ਹੈ ਕਿ ਭਵਿੱਖ ਦੇ ਵਿੱਚ ਵੀ ਕਿਤੇ ਇਹੋ ਜਿਹਾ ਅਜੂਬਾ ਬਣਨਾ ਹੋਵੇ ਤਾਂ ਉਹਦੀ ਸੁੰਦਰਤਾ ਦੇ ਪਿੱਛੇ ਨਿਆਂ ਹੋਣਾ ਚਾਹੀਦਾ, ਜ਼ੁਲਮ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਸੁੰਦਰਤਾ ਨਹੀਂ ਹੁੰਦੀ ਜਿਹੜੀ ਜ਼ੁਲਮ 'ਤੇ ਉਸਰੀ ਹੁੰਦੀ ਹੈ। ਇਹ ਪ੍ਰਸ਼ਨ ਤੁਹਾਡੇ ਲਈ ਵੀ ਹੈ। ਕੀ ਉਹ ਹੁਸਨ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦਾ, ਲੱਖਾਂ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ? ਇਹ ਪ੍ਰਸ਼ਨ ਤੁਹਾਡੇ ਸਾਰਿਆਂ ਲਈ ਹੈ। ਕਵੀ ਨੇ ਵੱਡਾ ਤਕੜਾ ਥੀਮ ਉਸਾਰਿਆ। ਕਹਿਣ ਦਾ ਭਾਵ ਇਹੀ ਨਿਕਲਦਾ ਕਿ ਬੇਸ਼ੱਕ ਤਾਜ ਮਹਿਲ ਬਹੁਤ ਖੂਬਸੂਰਤ ਹੈ, ਬਹੁਤ ਸੁੰਦਰ ਹੈ, ਲੇਕਿਨ ਉਸ ਦੀ ਸੁੰਦਰਤਾ ਦੇ ਪਿੱਛੇ ਜੇ ਕਿਸੇ ਕੋਲੋਂ ਵਗਾਰ ਕਰਾਈ ਹੈ ਤਾਂ ਉਹ ਬੇਇਨਸਾਫੀ ਹੈ। ਕਵੀ ਨੇ ਇਸੇ ਵਿੱਚੋਂ ਹੀ ਇੱਕ ਵਿਚਾਰ ਸਿਰਜਿਆ, ਇੱਕ ਵਿਚਾਰਧਾਰਾ ਨਿਕਲਦੀ ਹੈ ਕਿ ਉਹ ਖੂਬਸੂਰਤੀ, ਉਹ ਹੁਸਨ ਅਤੇ ਉਹ ਸੁੰਦਰਤਾ ਜਿਹਦੇ ਵਿੱਚ ਜ਼ੁਲਮ ਹੈ, ਬੇਇਨਸਾਫੀ ਹੈ, ਉਹ ਇੱਕ ਧੋਖਾ ਹੁੰਦੀ ਹੈ, ਛਲਾਵਾ ਹੁੰਦੀ ਹੈ। ਤਾਂ ਇਹ ਕਵਿਤਾ ਦੀਆਂ ਤੁਕਾਂ ਬੜਾ ਤਕੜਾ ਭਵਿੱਖਮੁਖੀ ਇਸ਼ਾਰਾ ਵੀ ਕਰ ਜਾਂਦੀਆਂ ਹਨ, ਇੱਕ ਸੇਧ ਦੇ ਜਾਂਦੀਆਂ ਹਨ ਕਿ ਜੇ ਕਦੇ ਅੱਗੇ ਤੋਂ ਕਿਤੇ ਇੱਦਾਂ ਦਾ ਅਜੂਬਾ ਹੋਵੇ ਇਸ ਮੁਲਕ ਦੇ ਵਿੱਚ, ਇਸ ਦੁਨੀਆ ਦੇ ਵਿੱਚ, ਤਾਂ ਉਹਦੇ ਵਿੱਚ ਉਸ ਨੂੰ ਖੂਬਸੂਰਤ ਬਣਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਮਾਣ ਸਤਿਕਾਰ ਬਣਨਾ ਚਾਹੀਦਾ। ਦੁਨੀਆ ਫਖਰ ਕਰੇਗੀ, ਮਾਣ ਹੋਵੇਗਾ। ਸੋ ਪਿਆਰੇ ਵਿਦਿਆਰਥੀਓ, ਮੈਂ ਆਸ ਕਰਦਾ
ਕਿ ਇਹ ਜਿਹੜੀ ਕਵਿਤਾ ਹੈ ਤੁਸੀਂ ਸੁਣ ਵੀ ਲਈ ਹੈ। ਇਹ 'ਚ ਕੁਝ ਔਖੇ ਸ਼ਬਦ ਸੀ ਤੁਹਾਡੇ ਨਾਲ, ਉਹਨਾਂ ਦੇ ਅਰਥ ਵੀ ਸਾਂਝੇ ਹੋ ਚੁੱਕੇ ਨੇ। ਇਹਦਾ ਵਿਸ਼ਲੇਸ਼ਣ ਵੀ ਹੋਇਆ ਔਰ ਕੇਂਦਰੀ ਭਾਵ ਕੀ ਹੈ ਉਹ 'ਤੇ ਵੀ ਡਿਸਕਸ਼ਨ ਹੋ ਗਈ ਹੈ ਕਿ ਮੁੱਖ ਭਾਵ ਕੀ ਹੈ, ਮੁੱਖ ਇਸ ਦਾ ਧੁਰਾ ਕੀ ਹੈ, ਇਸ ਦੇ ਥੀਮ ਦਾ, ਇਸ ਦੇ ਸਾਰੀ ਵਿਚਾਰਧਾਰਾ ਦਾ ਤੁਸੀਂ ਸਮਝ ਗਏ ਹੋਵੋਗੇ। ਹੁਣ ਕੁਝ ਪ੍ਰਸ਼ਨ ਨੇ, ਜਿਹੜੇ ਪ੍ਰਸ਼ਨ ਅਸੀਂ ਤੁਹਾਡੇ ਨਾਲ ਕਰਨੇ ਨੇ। ਉਹ ਪ੍ਰਸ਼ਨ ਤੁਸੀਂ ਆਪਣੇ ਜੋ ਕਾਪੀਆਂ ਨੇ ਤੁਹਾਡੀਆਂ ਉਹਨਾਂ 'ਤੇ ਨੋਟ ਕਰੋ। ਨੋਟ ਕਰਕੇ ਉਹਨਾਂ ਦੇ ਜਵਾਬ ਤੁਸੀਂ ਆਪ ਢੂੰਡਣੇ ਨੇ। ਜੋ ਇਸ ਲੈਕਚਰ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਉਸੇ 'ਚ ਹੀ ਉਹਨਾਂ ਦੇ ਜਵਾਬ ਹਨ। ਤੁਸੀਂ ਧਿਆਨ ਦੇ ਨਾਲ ਸੁਣਿਆ ਹੋਵੇਗਾ ਅਤੇ ਉਹਨਾਂ ਦੇ ਜਵਾਬ ਤੁਸੀਂ ਆਪ ਦੇਵੋਗੇ। ਪਹਿਲਾ ਪ੍ਰਸ਼ਨ ਹੈ ਕਿ ਤਾਜ ਮਹਿਲ ਕਵਿਤਾ ਕਿਸ ਕਵੀ ਦੀ ਰਚਨਾ ਹੈ? ਬੜਾ ਸੌਖਾ ਜਵਾਬ ਹੈ ਇਸ ਦਾ ਔਰ ਬੜੇ ਸੌਖੇ ਢੰਗ ਦੇ ਨਾਲ ਹੀ ਤੁਸੀਂ ਦਿਓਗੇ। ਦੂਸਰਾ ਪ੍ਰਸ਼ਨ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਕਿਸ ਅਜੂਬੇ ਦੁਆਲੇ ਕੇਂਦਰਿਤ ਹੈ ਅਤੇ ਉਸ ਅਜੂਬੇ ਨੂੰ ਕਿਸ ਨੇ ਬਣਾਇਆ ਸੀ? ਉਸ ਸੁੰਦਰ ਅਜੂਬੇ ਨੂੰ ਕਿਸ ਨੇ ਬਣਾਇਆ ਸੀ? ਅਗਲਾ ਪ੍ਰਸ਼ਨ ਹੈ ਕਿ ਹੇਠ ਲਿਖੀਆਂ, ਜਾਂ ਕਿਉਂਕਿ ਅਸੀਂ ਤੁਹਾਨੂੰ ਸਕਰੀਨ 'ਤੇ ਦਿਖਾ ਨਹੀਂ ਸਕਦੇ, ਅਸੀਂ ਹੁਣ ਸੁਣਾ ਹੀ ਸਕਦੇ ਹਾਂ। ਸੋ ਉਸ ਜਿਹੜੀਆਂ ਤੁਕਾਂ ਮੈਂ ਵਿੱਚੋਂ ਛੱਡਾਂਗਾ ਉਹ ਤੁਸੀਂ ਮੁਕੰਮਲ ਕਰਨੀਆਂ, ਉਹ ਤੁਸੀਂ ਪੂਰੀਆਂ ਕਰਨੀਆਂ। ਮੈਂ ਅਧੂਰੀਆਂ ਤੁਕਾਂ ਬੋਲਾਂਗਾ, ਇੱਕ ਕਾਵਿਬੰਧ ਲੈਣਾ, ਉਸ ਨੂੰ ਤੁਸੀਂ ਪੂਰਾ ਕਰਨਾ। ਬੇਸ਼ਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਕਾਲੀ ਥਾਂ, ਇਹ ਪੂਰੀ ਤੁਸੀਂ ਕਰਨੀ ਹੈ। ਅਗਲੀ ਤੁਕ ਹੈ ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਕਾਲੀ ਥਾਂ, ਇਹ ਵੀ ਤੁਸੀਂ ਭਰਨੀ ਹੈ। ਅਗਲਾ ਪ੍ਰਸ਼ਨ, ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਤੇ ਸਾਵੇ ਹਨ, ਇਹ ਜਿਹੜਾ ਕਥਨ ਹੈ ਠੀਕ ਹੈ ਜਾਂ ਗਲਤ ਹੈ? ਇਹਦਾ ਜਵਾਬ ਤੁਸੀਂ ਲਿਖਣਾ। ਇਸੇ ਤਰ੍ਹਾਂ ਦਾ ਹੀ ਇੱਕ ਪ੍ਰਸ਼ਨ ਤੁਹਾਨੂੰ ਮੈਂ ਹੋਰ ਪੁੱਛਣਾ ਹੁਣ। ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਨਹੀਂ ਸੁੱਤਾ, ਇਹ ਇੱਕ ਵਾਕ ਹੈ। ਕੀ ਇਹ ਵਾਕ ਸਹੀ ਹੈ ਕਿ ਗਲਤ ਹੈ? ਇਹਦਾ ਜਵਾਬ ਵੀ ਤੁਸੀਂ ਦੇਣਾ। ਕਵੀ ਤਾਜ ਮਹਿਲ ਵੇਖ ਕੇ ਕਿਹੜੇ ਮੁਗਲ ਬਾਦਸ਼ਾਹ ਦੀਆਂ ਸਿਫਤਾਂ ਕਰਦਾ, ਉਸਤਤ ਕਰਦਾ, ਉਸ ਦਾ ਜਵਾਬ ਤੁਸੀਂ ਦੇਣਾ ਕਿ ਉਹ ਕਿਹੜਾ ਮੁਗਲ ਬਾਦਸ਼ਾਹ ਹੈ ਜਿਹਨੇ ਤਾਜ ਮਹਿਲ ਨੂੰ ਬਣਾਇਆ ਵੀ ਹੈ ਅਤੇ ਤਾਜ ਮਹਿਲ ਵੇਖ ਕੇ ਉਹਦੀਆਂ ਸਿਫਤਾਂ ਕੀਤੀਆਂ ਜਾ ਰਹੀਆਂ ਹਨ। ਅਗਲਾ ਪ੍ਰਸ਼ਨ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈਰਾਂ ਦੀ ਦਸ਼ਾ ਜਿਹੜੀ ਸੀ ਕਿਸ ਤਰ੍ਹਾਂ ਦੀ ਸੀ, ਹਾਲਤ ਕਿੱਦਾਂ ਦੀ ਸੀ, ਉਹ ਬਿਆਨ ਕਰਨੀ ਹੈ ਤੁਸੀਂ। ਅਗਲਾ ਪ੍ਰਸ਼ਨ ਇੱਕ ਮੈਂ ਹੋਰ ਕਰ ਰਿਹਾ ਤੁਹਾਡੇ ਨਾਲ ਕਿ ਤਾਜ ਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਹੜੀ ਧਿਰ ਨਾਲ ਹੈ? ਬਾਦਸ਼ਾਹ ਧਿਰ ਨਾਲ ਹੈ, ਜਿਸ ਧਿਰ ਦਾ ਸ਼ੋਸ਼ਣ ਹੋ ਰਿਹਾ ਹੈ ਉਸ ਧਿਰ ਨਾਲ ਹੈ, ਜਾਂ ਸਮਾਜਿਕ ਉਸ ਧਿਰ ਨਾਲ ਆ ਜਿਹੜੀ ਉਸ ਦੀ ਖੂਬਸੂਰਤੀ ਨੂੰ ਵੇਖਣ ਜਾਂਦੀ ਹੈ, ਜਾਂ ਉਸ ਧਿਰ ਨਾਲ ਆ ਜਿਹੜੀ ਘਰੇ ਹੀ ਬੈਠੀ ਰਹਿੰਦੀ ਹੈ, ਵੇਖਣ ਵੀ ਨਹੀਂ ਜਾਂਦੀ, ਤਾਜ ਮਹਿਲ ਨੂੰ ਦੇਖਿਆ ਵੀ ਨਹੀਂ, ਕੋਈ ਕਿੰਤੂ ਪਰੰਤੂ ਵੀ ਨਹੀਂ ਕੀਤਾ? ਤੁਸੀਂ ਦੱਸਣਾ ਹਮਦਰਦੀ ਕਿਹਦੇ ਨਾਲ ਹੈ। ਅਤੇ ਅਖੀਰ 'ਤੇ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਦਾ ਕੇਂਦਰੀ ਭਾਵ ਤੁਸੀਂ ਆਪਣੇ ਸ਼ਬਦਾਂ 'ਚ ਲਿਖਣਾ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਹੁਣ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਸ਼ੁਕਰਗੁਜ਼ਾਰ ਹਾਂ। ਮੈਂ ਤੁਹਾਡਾ ਆਪਣਾ ਡਾਕਟਰ ਪਰਮਜੀਤ ਸਿੰਘ ਕਲਸੀ, ਲੈਕਚਰਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੀਵਾਲ, ਜ਼ਿਲ੍ਹਾ ਗੁਰਦਾਸਪੁਰ, ਸਿੱਖਿਆ ਵਿਭਾਗ ਪੰਜਾਬ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।